ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਖਬਰ ਪੜਤਾਲ। ਮੈਂ ਹਾਂ ਦਿਵਿਆ ਨੇਜਾ। ਅੱਜ ਕੁਝ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਦਿਵਿਆ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਰ, ਕਾਂਗਰਸ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਕੁਝ ਹੋਇਆ, ਹਾਰ ਹੋਈ, ਹਾਰ ਤੋਂ ਬਾਅਦ ਹੁਣ ਬਗਾਵਤ ਦਾ ਇੱਕ ਰੁਖ ਦੇਖਿਆ ਜਾ ਰਿਹਾ ਹੈਗਾ ਹੈ। ਤੁਹਾਡੀ ਕੀ ਪ੍ਰਤੀਕਿਰਿਆ ਹੈਗੀ ਹੈ ਫਿਲਹਾਲ ਕਰੰਟ ਸਿਚੁਏਸ਼ਨ ਨੂੰ ਦੇਖਦੇ ਹੋਏ? ਦੇਖੋ, ਮੈਨੂੰ ਇਹ ਲੱਗਦਾ ਕਿ ਕਾਂਗਰਸ ਇੱਕ ਵਾਰੀ ਫੇਰ ਬਹੁਤ ਬੁਰੇ ਦੌਰ ਦੇ ਵਿੱਚੋਂ ਲੰਘ ਰਹੀ ਹੈ। ਪੰਜਾਬ ਚੋਂ ਨਹੀਂ, ਪੂਰੇ ਮੁਲਕ ਚੋਂ 4 ਸੂਬਿਆਂ ਦੀਆਂ ਵੋਟਾਂ ਪਈਆਂ। ਗੋਆ ਖਾਸ ਸੀ ਇਹਦੇ 'ਚ, ਮਨੀਪੁਰ, ਉੱਤਰ ਪ੍ਰਦੇਸ਼, ਪੰਜਾਬ, ਲਗਭਗ ਸਾਰੇ 5 ਸੂਬੇ, ਉੱਤਰਾਖੰਡ ਵੀ, ਉੱਤਰਾਂਚਲ, ਇਹ ਸਾਰੇ ਸੂਬੇ ਨੇ ਜਿਹੜੇ ਕਾਂਗਰਸ ਹਾਰ ਗਈ। ਔਰ ਜਦੋਂ ਵੀ ਕੌਮੀ ਪਾਰਟੀਆਂ ਕਿਸੇ ਇੱਕ ਅੱਧੇ ਸੂਬੇ 'ਚ ਚੋਣਾਂ ਹਾਰਦੀਆਂ ਨੇ, ਉਹਦੇ ਨਾਲ ਲੀਡਰਾਂ ਦਾ ਮਨੋਬਲ ਡਿੱਗਦਾ ਹੈ। ਪਰ ਜਦੋਂ ਕੋਈ ਵੀ ਪਾਰਟੀ 5 ਦੇ 5 ਸੂਬੇ ਹਾਰੇ ਤੇ ਮਨੋਬਲ ਡਿੱਗਣਾ ਸੁਭਾਵਿਕ ਹੈ। ਪਰ ਪੰਜਾਬ 'ਚ ਸਿਰਫ ਮਨੋਬਲ ਨਹੀਂ ਡਿੱਗਿਆ, ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਾਂਗਰਸ ਦੇ ਵਿੱਚ ਟੁੱਟ ਵੀ ਸ਼ੁਰੂ ਹੋ ਗਈ, ਬਗਾਵਤ ਵੀ ਸ਼ੁਰੂ ਹੋ ਗਈ। ਸੋ ਕਾਂਗਰਸ ਨੂੰ ਕਈ ਫਰੰਟ ਤੇ ਲੜਾਈ ਲੜਨੀ ਪੈ ਰਹੀ ਹੈ। ਉਂਝ ਵੀ ਕਾਂਗਰਸ ਦੇ ਵਿੱਚ ਇੱਕ G23 ਬਣਿਆ ਹੋਇਆ ਹੈ। ਮੈਨੂੰ ਲੱਗਦਾ ਜਿਹੜਾ ਗਰੁੱਪ 23 ਹੈ, ਹਾਲਾਂਕਿ ਉਹ ਕਾਂਗਰਸ ਦੀ ਬੈਟਰਮੈਂਟ ਲਈ ਜਿਹੜੇ ਲੀਡਰ ਨੇ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਇਕੱਠੇ ਹੋਏ ਹਾਂ। ਮੈਨੂੰ ਲੱਗਦਾ ਹੈ ਕਿ ਇਹਨਾਂ 5 ਸੂਬਿਆਂ ਦੀ ਹਾਰ ਤੋਂ ਬਾਅਦ ਜਿਹੜਾ G23 ਹੈ, ਉਹਦਾ ਸਾਈਜ਼ ਵੱਧ ਕੇ ਕਿਤੇ G24, G25, G26, G27, G28 ਨਾ ਹੋ ਜਾਏ। ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਅਜਿਹੇ ਲੀਡਰ ਨੇ ਜਿਹੜੇ ਕਾਂਗਰਸ ਦੀ ਸਰਕਾਰ ਦੀ ਮੌਜੂਦਾ ਕਾਰਜ ਪ੍ਰਣਾਲੀ ਤੋਂ ਜ਼ਿਆਦਾ ਖੁਸ਼ ਨਹੀਂ ਨੇ। ਜਿਸ ਤਰ੍ਹਾਂ ਨਾਲ ਕਾਂਗਰਸ ਦੀ ਹਾਈ ਕਮਾਂਡ ਇਸ ਵਕਤ ਕੰਮ ਕਰ ਰਹੀ ਹੈ, ਉਹਦੇ ਤੋਂ ਅਸੰਤੁਸ਼ਟ ਨੇ। ਭਾਈ ਭਤੀਜਾਵਾਦ ਕਿਤੇ ਨਾ ਕਿਤੇ ਹਮੇਸ਼ਾ ਪੋਲੀਟੀਕਲ ਪਾਰਟੀਆਂ ਦੇ ਵਿੱਚ ਅਪੁਆਇੰਟਮੈਂਟ ਸਿਸਟਮ ਦੇ ਵਿੱਚ ਨਜ਼ਰ ਆਉਂਦਾ, ਜਿਹੜਾ ਬੜਾ ਨੁਕਸਾਨਦਾਇਕ ਹੈ। ਜਦੋਂ ਮੈਰਿਟ ਨੂੰ ਆਨਰ ਨਹੀਂ ਨਾ ਕੀਤਾ ਜਾਂਦਾ, ਜਦੋਂ ਤੁਸੀਂ ਮੈਰਿਟ ਨੂੰ ਅੱਖੋਂ ਪਰੋਖੇ ਕਰ ਦਿਓਗੇ ਤੇ ਚਹੇਤਿਆਂ ਨੂੰ ਅਹੁਦੇ ਤੇ ਜ਼ਿੰਮੇਵਾਰੀਆਂ ਦਿਓਗੇ, ਤੇ ਫਿਰ ਜ਼ਰੂਰੀ ਨਹੀਂ ਹੁੰਦਾ ਕਿ ਰਿਜ਼ਲਟ ਮਿਲਣ। ਉਹੀ ਕੁਝ ਕਾਂਗਰਸ 'ਚ ਵਾਪਰਿਆ ਮੈਨੂੰ ਲੱਗਦਾ ਹੈ। ਔਰ ਤੁਸੀਂ ਪੰਜਾਬ ਦੀ ਉਦਾਹਰਨ ਸਾਹਮਣੇ ਹੈ। ਪੰਜਾਬ 'ਚ ਹਜੇ ਤੱਕ ਤਾਂ ਕਈ MLA ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਕਾਂਗਰਸ ਛੱਡ ਜਾ ਰਹੇ ਸੀ, ਉਹ BJP 'ਚ ਗਏ ਬਹੁਤ ਚੋਣਾਂ ਤੋਂ ਪਹਿਲਾਂ। ਕਈਆਂ ਨੂੰ ਜਿਨ੍ਹਾਂ ਦੀ ਟਿਕਟ ਬਣਦੀ ਸੀ, ਕਾਂਗਰਸ ਨੇ ਟਿਕਟ ਨਹੀਂ ਦਿੱਤੀ, ਉਹ ਆਮ ਆਦਮੀ ਪਾਰਟੀ 'ਚ ਚਲੇ ਗਏ। ਕਿਉਂਕਿ ਪੋਲਿਟਿਕਸ ਵੀ ਬਹੁਤ ਸਾਰੇ ਲੋਕਾਂ ਲਈ ਪ੍ਰੋਫੈਸ਼ਨ ਹੈ। ਅਗਲੇ ਕਹਿੰਦੇ ਤੁਸੀਂ ਨਹੀਂ ਟਿਕਟ ਦੇਣੀ ਤੇ ਅਸੀਂ ਦੂਸਰੀ ਕੰਪਨੀ 'ਚ ਚਲੇ ਜਾਂਦੇ ਹਾਂ, ਮਤਲਬ ਦੂਸਰੀ ਪਾਰਟੀ। ਔਰ ਜਿੱਥੇ ਡਿਜ਼ਰਵਿੰਗ ਕੈਂਡੀਡੇਟਸ ਨੂੰ ਟਿਕਟ ਨਹੀਂ ਮਿਲਦੀ, ਜਦੋਂ ਦੂਸਰੀ ਪਾਰਟੀ 'ਚ ਚਲੇ ਜਾਂਦੇ ਨੇ ਤੇ ਉਹ ਬਹੁਤੀ ਵਾਰੀ ਜਿੱਤ ਜਾਂਦੇ ਨੇ। ਹੁਣ ਤੁਸੀਂ ਦੇਖੋ, ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਨੇ। ਅਗਰ ਤੁਸੀਂ ਐਨਾਲਿਸਿਸ ਕਰੋ ਤੇ ਕਈ ਇਹਦੇ ਵਿੱਚ ਅਜਿਹੇ ਨੇ ਜਿਨ੍ਹਾਂ ਦਾ ਇਤਿਹਾਸ ਕਾਂਗਰਸ ਨਾਲ ਜੁੜਦਾ। ਕਈ MLA ਨੇ, ਕੋਈ ਕਾਂਗਰਸ ਨਾਲ ਜੁੜਦਾ ਹੈ, ਕੋਈ ਅਕਾਲੀ ਦਲ ਨਾਲ ਜੁੜਦਾ ਹੈ। ਅਜਿਹੀ ਸੂਰਤ 'ਚ ਸਮਝਣਾ ਚਾਹੀਦਾ ਹੈ ਕਿ ਵੱਡੀਆਂ ਪਾਰਟੀਆਂ ਫੈਸਲੇ ਲੈਣ ਦੇ ਲਈ ਇਮਾਨਦਾਰ ਹੋਣ, ਕਰਪਸ਼ਨ ਫ੍ਰੀ ਟਿਕਟਾਂ ਦੀ ਵੰਡ ਹੋਵੇ। ਹੁਣ ਸੁਰਜੀਤ ਧਮਾਨ ਨੇ ਕਾਂਗਰਸ ਦੇ ਬਹੁਤ ਸੀਨੀਅਰ ਲੀਡਰ ਰਹੇ ਨੇ, ਹੁਣ ਵੀ ਲੀਡਰ ਨੇ, MLA ਰਹੇ ਨੇ ਅਮਰਗੜ੍ਹ ਤੋਂ। ਉਹਨਾਂ ਨੇ ਤਾਂ ਸਿੱਧਾ ਹੀ ਇਲਜ਼ਾਮ ਲਾਤਾ ਵੀ ਕਾਂਗਰਸ ਦਾ ਇੱਕ ਵੱਡਾ ਲੀਡਰ ਟਿਕਟਾਂ ਵੇਚ ਗਿਆ। ਹੁਣ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਟਿਕਟ ਕਿਵੇਂ ਵਿਕ ਸਕਦੀ ਹੈ? ਕੀ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਦੀ ਜਾਂਚ ਕਰੇਗੀ? ਹਾਲਾਂਕਿ ਮੈਂ ਤਾਂ ਚਾਹੂੰਗਾ ਕਿ ਜਿਹੜੇ ਵੱਡੇ ਵੱਡੇ ਲੀਡਰ ਇਲਜ਼ਾਮ ਲਾ ਰਹੇ ਨੇ ਵੀ ਕਾਂਗਰਸ 'ਚ ਟਿਕਟਾਂ ਵਿਕੀਆਂ, ਭਾਈ ਕਿਸੇ ਥਾਣੇ 'ਚ ਹੀ ਸ਼ਿਕਾਇਤ ਦਿਆਓ ਵੀ ਟਿਕਟਾਂ ਵਿਕੀਆਂ। ਇਲੈਕਸ਼ਨ ਕਮਿਸ਼ਨ ਤਾਂ ਸਖਤ ਖਿਲਾਫ ਹੈ ਇਸ ਗੱਲ ਦੇ। ਔਰ ਬਿਲਕੁਲ ਜਿਹੜੀ ਬਗਾਵਤ ਔਰ ਟੁੱਟ ਦੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਅੰਮ੍ਰਿਤਸਰ ਦੇ ਵਿੱਚ ਕੱਲ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਇਕੱਠੇ ਹੋਏ। ਉਦੋਂ ਮਨੀਸ਼ ਸਿਸੋਦੀਆ ਔਰ ਜਰਨੈਲ ਸਿੰਘ ਹੋਰਾਂ ਦੀ ਮੌਜੂਦਗੀ ਦੇ ਵਿੱਚ 16 ਕਾਂਗਰਸ ਦੇ ਕੌਂਸਲਰਾਂ ਨੂੰ ਉਹਨਾਂ ਨੇ ਗਲ 'ਚ ਆਮ ਆਦਮੀ ਪਾਰਟੀ ਦਾ ਵੈਲਕਮ, ਉਹਨਾਂ ਨੂੰ ਹਾਰ ਪਾਏ। ਕੁਝ ਕੁ ਪਹਿਲਾਂ ਸ਼ਾਮਿਲ ਹੋ ਗਏ ਸੀ, ਪਰ ਕੱਲ ਸਮੂਹਿਕ ਤੌਰ ਤੇ 16 ਕੌਂਸਲਰ ਮੇਅਰ ਅੰਮ੍ਰਿਤਸਰ ਦੇ ਬਦਲਾਵ ਦੀਆਂ ਗੱਲਾਂ ਵੀ ਹੋਈਆਂ। ਕਿਸ ਤਰੀਕੇ ਦਾ ਉਹ ਬਦਲਾਵ ਸੀਗਾ, ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸਿਓ। ਨਹੀਂ, ਬਿਲਕੁਲ। ਦੇਖੋ ਕਿ ਜਿਵੇਂ ਮੈਂ ਉਹੀ ਗੱਲ ਨੂੰ ਅੱਗੇ ਵਧਾ ਲੈਣਾ ਕਿ
ਮੇਅਰ ਪਹਿਲਾਂ ਚਲੇ ਗਏ ਆਮ ਆਦਮੀ ਪਾਰਟੀ ਕਾਂਗਰਸ ਦੇ ਛੱਡ ਕੇ, 16 ਕੌਂਸਲਰਾਂ ਦਾ ਚਲੇ ਜਾਣਾ। ਹੁਣ ਕਾਂਗਰਸ ਦੀ ਹਾਈ ਕਮਾਂਡ ਨੂੰ ਇੱਕ ਸਪਸ਼ਟਤਾ ਦੇਣੀ ਚਾਹੀਦੀ ਆ ਮੇਰੀ ਨਜ਼ਰ 'ਚ। ਹਜੇ ਵੀ ਕਾਂਗਰਸ ਦੇ ਲੀਡਰਾਂ ਦੇ ਬਗਾਵਤੀ ਬਿਆਨ ਆ ਰਹੇ ਨੇ। ਸੁਖਜਿੰਦਰ ਰੰਧਾਵਾ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਪਸੰਦ ਨਹੀਂ ਆਇਆ, ਤ੍ਰਿਪਤ ਬਾਜਵਾ ਨੂੰ ਨਵਜੋਤ ਸਿੰਘ ਸਿੱਧੂ ਪਸੰਦ ਨਹੀਂ ਆਇਆ। ਇਹ ਦੋਵੇਂ ਜਿੱਤ ਗਏ, ਪਰ ਜੇ ਕਾਂਗਰਸ ਹਾਰੀ ਹੈ ਤੇ ਇਹ ਜਿਹੜੇ ਦੋ ਮੰਤਰੀ ਨੇ ਇਹਨਾਂ ਤੋਂ ਵੀ ਸਵਾਲ ਪੁੱਛਿਆ ਜਾਣਾ ਬਣਦਾ ਹੈ ਵੀ ਸੁਖਜਿੰਦਰ ਰੰਧਾਵਾ ਜੀ ਗ੍ਰਹਿ ਮੰਤਰੀ ਸੀ, ਤੁਸੀਂ ਬੇਅਦਬੀ ਦੇ, ਬਰਗਾੜੀ ਦੇ ਦੂਜੇ ਮਸਲੇ ਨਿਬੇੜਤੇ, ਉਹ ਅੱਜ ਤੱਕ ਪੈਂਡਿੰਗ ਨੇ। ਨਸ਼ਿਆਂ ਦੇ ਮਾਮਲੇ ਤੁਸੀਂ ਨਿਬੇੜਤੇ। ਇੱਕ ਪ੍ਰਾਪਤੀ ਜ਼ਰੂਰ ਸੀ ਸੁਖਜਿੰਦਰ ਰੰਧਾਵਾ ਜੀ ਦੀ ਕਿ ਉਹਨਾਂ ਨੇ ਸਤਲੁਜ ਦੇ ਪੁਲ ਤੇ ਜਾ ਕੇ ਛਾਪਾ ਮਾਰਿਆ ਸੀ, ਸਾਡੇ ਕੁਝ ਮੁਲਾਜ਼ਮ ਸਸਪੈਂਡ ਕਰਤੇ ਸੀ। ਕੋਈ ਲੀਡਰ ਫੜੇ ਹੋਣ, ਹਾਲਾਂਕਿ ਵਿਕਰਮ ਮਜੀਠੀਆ ਤੇ ਜਿਹੜਾ ਕੇਸ ਦਰਜ ਹੋਇਆ ਹੈ ਉਹਦੀ ਵੀ ਜ਼ਿੰਮੇਵਾਰੀ ਕਾਂਗਰਸ ਦਾ ਕੋਈ ਲੀਡਰ ਲੈਣ ਨੂੰ ਤਿਆਰ ਨਹੀਂ। ਉਹ ਵੀ ਗੱਲ ਨਵਜੋਤ ਸਿੰਘ ਸਿੱਧੂ ਤੇ ਹੀ ਸੁੱਟੀ ਜਾਂਦੇ ਵੀ ਨਵਜੋਤ ਸਿੰਘ ਸਿੱਧੂ ਦੇ ਹੀ ਪਰਚਾ ਕਰਾਤਾ ਜੀ। ਮਰਜ਼ੀ ਦੇ ਐਡਵੋਕੇਟ ਜਨਰਲ ਲਾਏ, ਮਰਜ਼ੀ ਦੇ ਡੀਜੀਪੀ ਲਾਏ, ਜਿਨ੍ਹਾਂ ਦੇ ਉੱਤੇ ਕਈ ਸਵਾਲ ਵੀ ਖੜੇ ਹੋਏ ਅਪਾਇੰਟਮੈਂਟ ਤੇ, ਉਹਨਾਂ ਦੇ ਕਰੈਕਟਰ ਤੇ ਨਹੀਂ, ਉਹਨਾਂ ਦੀ ਅਪਾਇੰਟਮੈਂਟ ਤੇ, ਕਿ ਉਹ ਪੁਰਾਣੇ ਉਹਨਾਂ ਪਾਰਟੀਆਂ ਦੇ ਨਾਲ, ਲੀਡਰਾਂ ਦੇ ਨਾਲ ਕੰਮ ਕਰਦੇ ਰਹੇ ਨੇ, ਉਹਨਾਂ ਕੇਸਾਂ 'ਚ ਪਹਿਲਾਂ ਕੰਮ ਕਰਦੇ ਰਹੇ ਨੇ ਪਿਛਲੀ ਸਰਕਾਰ 'ਚ, ਜਿਨ੍ਹਾਂ 'ਚ ਹੁਣ ਉਹਨਾਂ ਨੂੰ ਤੁਸੀਂ ਜ਼ਿੰਮੇਵਾਰੀ ਦੇ ਰਹੇ ਹੋ ਔਰ ਬਾਅਦ 'ਚ ਬਦਲੇ। ਇਹਦਾ ਮਤਲਬ ਹੈ ਜੇ ਬਦਲੇ ਤਾਂ ਚੰਨੀ ਸਾਹਿਬ, ਰੰਧਾਵਾ ਸਾਹਿਬ ਨੇ ਅਗਰ ਉਹ ਐਡਵੋਕੇਟ ਜਨਰਲ ਔਰ ਡੀਜੀਪੀ ਬਦਲੇ, ਇਹਦਾ ਮਤਲਬ ਹੈ ਇਹਨਾਂ ਨੇ ਮਹਿਸੂਸ ਕੀਤਾ ਹੋਣਾ ਕਿ ਅਸੀਂ ਜਮਾਂ ਨਵੇਂ ਚਿਹਰੇ ਲਾ ਦਿੰਦੇ। ਸੋ ਇਸ ਕਰਕੇ ਹੁਣ ਸਵਾਲ ਨਵਜੋਤ ਸਿੰਘ ਸਿੱਧੂ ਤੇ, ਕਿਉਂਕਿ ਸੌਫਟ ਟਾਰਗੇਟ ਹੈ ਨਵਜੋਤ ਸਿੰਘ ਸਿੱਧੂ। ਕਾਂਗਰਸ, ਮੈਂ ਤਾਂ ਕਹਿੰਦਾ ਕਈ ਵਾਰੀ ਜੇ ਕਿਸੇ ਕਾਂਗਰਸੀ ਦਾ ਢਿੱਡ ਵੀ ਦੁਖਦਾ ਹੋਵੇ ਤੇ ਜੇ ਡਾਕਟਰ ਪੁੱਛ ਲਏ ਵੀ ਢਿੱਡ ਕਿਉਂ ਦੁਖਦਾ ਤੁਹਾਡਾ, ਤੇ ਉਹਨਾਂ ਨੇ ਕਹਿ ਦੇਣਾ ਜੀ ਨਵਜੋਤ ਸਿੰਘ ਸਿੱਧੂ ਕਰਕੇ ਦੁਖਦਾ। ਸੋ ਇਸ ਕਰਕੇ ਸੌਫਟ ਟਾਰਗੇਟ ਲੱਭੇ ਜਾਂਦੇ ਨੇ ਪੋਲੀਟੀਕਲ ਲੀਡਰਾਂ ਵੱਲੋਂ, ਬਹਾਨੇ। ਜਿਵੇਂ ਵਿਦਿਆਰਥੀ, ਜੇ ਕੋਈ ਵਿਦਿਆਰਥੀ ਫੇਲ ਹੋ ਜੇ ਤੇ ਉਹਦੇ ਮਾਂ-ਬਾਪ ਨੂੰ ਕੋਈ ਪੁੱਛ ਲੇ ਵੀ ਤੁਹਾਡਾ ਬੱਚਾ ਕਿਉਂ ਫੇਲ ਹੋ ਗਿਆ, ਉਹਨਾਂ ਨੇ ਕਹਿਣਾ ਜੀ ਮਾਸਟਰ ਨੇ ਵਧੀਆ ਨਹੀਂ ਪੜਾਇਆ। ਉਹ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਮਾਸਟਰ ਤੇ ਸੁੱਟ ਦੇਣੀ। ਹੁਣ ਨਵਜੋਤ ਸਿੰਘ ਸਿੱਧੂ ਨੂੰ ਨਾ ਟਿਕਟਾਂ ਵੰਡਣ 'ਚ ਸ਼ਾਮਲ ਕੀਤਾ ਗਿਆ, ਸਿੱਧੂ ਦੇ ਕਹੇ ਤੇ ਤਾਂ ਟਿਕਟਾਂ ਦਿੱਤੀਆਂ ਹੀ ਨਹੀਂ ਇਹਨਾਂ ਨੇ। ਨਵਜੋਤ ਸਿੰਘ ਸਿੱਧੂ ਆਪ ਮੰਨਦੇ ਇਸ ਗੱਲ ਨੂੰ। ਟਿਕਟਾਂ ਵੰਡਣ ਵੇਲੇ ਤਾਂ ਕਾਂਗਰਸ ਪਾਰਟੀ 'ਚ ਇੱਕ ਅਲੱਗ ਗਰੁੱਪ ਸੀ ਟਿਕਟਾਂ ਵਾਲਾ, ਕਹਿੰਦੇ ਉਹੀ ਟਿਕਟਾਂ ਵੰਡਦਾ ਸੀ। ਉਹ ਕਿਵੇਂ ਵੰਡਦਾ ਸੀ ਇਹਦੇ ਤੇ ਤਾਂ ਹੁਣ ਜਾਂਚ ਹੋਣੀ ਚਾਹੀਦੀ ਹੈ ਵੀ ਭਾਈ ਕਿਵੇਂ ਵੰਡਦੇ ਸੀ। ਤੇ ਜੇ ਹਾਰ ਗਏ ਤਾਂ ਕਹਿੰਦੇ ਨਵਜੋਤ ਸਿੰਘ ਸਿੱਧੂ, ਤੇ ਜਦੋਂ ਟਿਕਟਾਂ ਵੰਡਦੇ ਸੀ ਉਦੋਂ ਕਹਿੰਦੇ ਸੀ ਲਓ ਜੀ ਟਿਕਟਾਂ ਬਹੁਤ ਚੰਗੀਆਂ ਦਿੱਤੀਆਂ, ਇਹੀ ਜਿੱਤਣਗੇ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਰਿਕਮੈਂਡ ਕਰਦੇ ਨੇ ਉਹ ਨਹੀਂ ਜਿੱਤਦੇ। ਫਿਰ ਚਿਹਰਾ ਕਹਿੰਦੇ ਚੰਨੀ ਸਾਹਿਬ ਨੂੰ ਬਣਾ ਲਓ ਤਾਂ ਕਾਂਗਰਸ 80 ਸੀਟਾਂ ਵੀ ਲੈ ਜੂ, 2/3 ਬਹੁਮਤ ਲੈ ਜੂ। ਤੇ ਜਦੋਂ ਹਾਰ ਗਏ ਕਹਿੰਦੇ ਸਿੱਧੂ ਦੇ ਬਿਆਨਬਾਜ਼ੀ ਕਰਕੇ ਹਾਰ ਗਿਆ। ਸਿੱਧੂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦਾ ਸੀ, ਕਿਉਂ ਨਾ ਚੱਕੇ ਸਿੱਧੂ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ। 18 ਨੁਕਾਤੀ ਪ੍ਰੋਗਰਾਮ ਦੱਸਣ ਸੁਖਜਿੰਦਰ ਰੰਧਾਵਾ ਜੀ, ਤ੍ਰਿਪਤ ਬਾਜਵਾ ਜੀ ਪੂਰਾ ਕੀਤਾ। ਸੁਖਜਿੰਦਰ ਰੰਧਾਵਾ ਜੀ, ਤ੍ਰਿਪਤ ਬਾਜਵਾ ਜੀ, ਬਾਕੀਆਂ ਤੋਂ ਵੀ ਇਹ ਪੁੱਛਿਆ ਜਾਣਾ ਚਾਹੀਦਾ, ਚੰਨੀ ਸਾਹਿਬ ਤੋਂ, ਪ੍ਰਗਟ ਸਿੰਘ ਤੋਂ ਵੀ, ਭਾਈ 18 ਨੁਕਾਤੀ ਪ੍ਰੋਗਰਾਮ ਚੋਂ ਹੀ ਦੱਸ ਦਿਓ। ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰਤੇ, ਇਸ਼ਤਿਹਾਰਾਂ ਤੇ ਬੋਰਡ ਛਪ ਗਏ। ਹੁਣ ਆਮ ਆਦਮੀ ਪਾਰਟੀ ਵਾਲੇ ਦੱਸਣਗੇ ਵੀ ਕੀ ਚੰਨੀ ਸਾਹਿਬ ਨੇ ਬਿਜਲੀ ਦੇ ਸਮਝੌਤੇ ਰੱਦ ਕਰਤੇ ਸੀ ਜਾਂ ਨਹੀਂ ਹੋਏ ਹਜੇ ਤੱਕ ਬਿਜਲੀ ਦੇ ਸਮਝੌਤੇ ਰੱਦ। ਹੁਣ ਜਦ ਬਿਜਲੀ ਦੇ ਸਮਝੌਤੇ ਨਹੀਂ ਰੱਦ ਕੀਤੇ, ਤੁਸੀਂ ਇਸ਼ਤਿਹਾਰ ਛਾਪੀ ਜਾਂਦੇ ਹੋ। ਆਮ ਆਦਮੀ ਪਾਰਟੀ ਵਾਲਿਆਂ ਨੇ ਦਿਖਾਇਆ ਸੀ ਉਹ ਇਸ਼ਤਿਹਾਰ, ਉਸ ਕਿਸਾਨ ਦਾ ਕਰਜ਼ਾ ਨਹੀਂ ਮਾਫ ਕੀਤਾ ਸੀ ਜਿਹਦੀ ਫੋਟੋ ਲਾਤੀ ਇਸ਼ਤਿਹਾਰਾਂ 'ਚ। ਕਹਿੰਦੇ ਕੇਬਲ ਦਾ 100 ਰੁਪਇਆ ਦੇਣਾ, ਕੋਈ ਨਹੀਂ ਮੰਨਿਆ 100 ਰੁਪਏ ਲਈ। ਪਿੰਡਾਂ 'ਚ ਲੋਕ ਲੜੇ ਕੇਬਲ ਵਾਲਿਆਂ ਨਾਲ। ਸੋ ਇਸ ਕਰਕੇ ਫੈਸਲੇ ਆਪਣੇ ਗਲਤ ਸੀ। ਕਹਾਵਤ ਹੈ, ਚਲੋ ਕਹਾਵਤਾਂ ਪਤਾ ਹੀ ਹੈ ਪੰਜਾਬੀਆਂ ਨੂੰ, ਹੁਣ ਤਾਂ ਲੰਘ ਗਿਆ ਵਕਤ। ਪਰ ਗੱਲ ਇਹ ਹੈ ਵੀ ਹੁਣ ਕਾਂਗਰਸ ਦੀ ਹਾਈ ਕਮਾਂਡ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਹੁਣ ਸੋਚ ਸਮਝ ਕੇ ਫੈਸਲੇ ਕਰੇ। ਪਿੱਲੀਆਂ ਇੱਟਾਂ ਦੇ ਨਾਲ ਜੇ ਲੈਂਟਰ ਪਾਉਣਗੇ ਉਹਦੀ ਗਾਰੰਟੀ ਕੋਈ ਨਹੀਂ।
ਬਿਲਕੁਲ ਸਰ, ਜਿੱਦਾਂ ਕਿ ਤੁਸੀਂ ਦੱਸ ਰਹੇ ਹੈਗੇ ਹੋ ਕਿ ਹਕੀਕਤ ਕੁਝ ਹੋਰ ਹੈਗੀ ਹੈ ਔਰ ਸ਼ਬਦਾਂ ਦੇ ਰਾਹੀਂ ਬਿਆਨ ਕੁਝ ਹੋਰ ਕੀਤਾ ਜਾ ਰਿਹਾ ਹੈਗਾ ਹੈ। ਲੇਕਿਨ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਛੇੜੀ ਹੈ ਤਾਂ ਹੁਣ ਉਹਨਾਂ ਦੇ ਉੱਤੇ ਹਰ ਕਿਸੇ ਦੀ ਨਜ਼ਰ ਹੈਗੀ ਹੈ। ਅਗਲੀ ਰਣਨੀਤੀ ਕੀ ਹੈਗੀ ਨਵਜੋਤ ਸਿੰਘ ਸਿੱਧੂ ਦੀ? CWC ਦੀ ਮੀਟਿੰਗ ਤੋਂ ਬਾਅਦ ਹੁਣ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ? ਬਦਲਾਵ ਦੀਆਂ ਗੱਲਾਂ ਲਗਾਤਾਰ ਕਿਤੇ ਨਾ ਕਿਤੇ ਚੱਕੀਆਂ ਜਾ ਰਹੀਆਂ ਨੇ। ਕਿਸ ਤਰੀਕੇ ਦਾ ਇਹ ਬਦਲਾਵ ਹੋਣ ਵਾਲਾ ਹੈ? ਨੈਕਸਟ ਸਟੈਪ ਕੀ ਹੈ? ਦੇਖੋ, ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਕੱਲ। ਅੰਗਰੇਜ਼ੀ ਦਾ ਸ਼ਬਦ ਹੈ ਮੰਥਨ, ਪੰਜਾਬੀ ਦਾ ਸ਼ਬਦ ਹੈ ਕੱਪੜ ਛਾਣ। ਇਹਨਾਂ ਨੇ ਵਿਚਾਰ ਵਟਾਂਦਰਾ ਕੀਤਾ, ਕਾਂਗਰਸ ਹਾਰੀ ਕਿਉਂ, ਔਰ ਆਪਸੀ ਵਿਚਾਰ ਵਟਾਂਦਰਾ ਕਰ ਲਿਆ। ਕਾਂਗਰਸ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ 5 ਸੂਬਿਆਂ 'ਚ ਕਰਦੇ। ਚੰਡੀਗੜ੍ਹ ਕਾਂਗਰਸ ਭਵਨ 'ਚ ਪੰਜਾਬ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕਰਦੇ ਤੇ ਉਹਦੇ 'ਚ ਪੰਜਾਬ ਭਰ ਤੋਂ ਹਰ ਜ਼ਿਲ੍ਹੇ 'ਚੋਂ 10-10 ਵਰਕਰ ਕਾਂਗਰਸ ਦੇ ਵਲੰਟੀਅਰ ਬੁਲਾ ਕੇ ਉਹਨਾਂ ਤੋਂ ਪੁੱਛਦੇ ਵੀ ਕਾਂਗਰਸ ਕਿਉਂ ਹਾਰੀ। ਫੇਰ ਪਤਾ ਲੱਗਣਾ ਸੀ ਕਾਂਗਰਸ ਕਿਉਂ ਹਾਰੀ। ਕਾਂਗਰਸ ਇਸ ਕਰਕੇ ਹਾਰੀ ਕਿ ਲੀਡਰਸ਼ਿਪ ਸਪਸ਼ਟ ਨਹੀਂ ਸੀ। ਕਾਂਗਰਸ ਹਾਈ ਕਮਾਂਡ ਨੇ ਪ੍ਰਧਾਨ ਤਾਂ ਨਵਜੋਤ ਸਿੰਘ ਸਿੱਧੂ ਨੂੰ ਬਣਾਤਾ ਤੇ ਫੈਸਲੇ ਪ੍ਰਧਾਨਗੀ ਵਾਲੇ ਜਾਂ ਚੰਨੀ ਸਾਹਿਬ ਕਰਦੇ ਸੀ ਜਾਂ ਕਾਂਗਰਸ ਦੇ ਪ੍ਰਭਾਰੀ ਕਰਨ ਲੱਗ ਗਏ ਜਾਂ ਕਾਂਗਰਸ ਦੀ ਹਾਈ ਕਮਾਂਡ ਕਰਨ ਲੱਗ ਗਏ। ਕਹਿੰਦੇ ਨਵਜੋਤ ਸਿੰਘ ਸਿੱਧੂ ਜੇ ਫੈਸਲੇ ਕਰੂਗਾ ਤੇ ਗੱਲ ਨਹੀਂ ਬਣਨੀ, ਜਾਂ ਤਾਂ ਡਰ ਹੋਣਾ ਵੀ ਨਵਜੋਤ ਸਿੰਘ ਸਿੱਧੂ ਇਮਾਨਦਾਰ ਬਹੁਤ ਹੈ, ਜਾਂ ਤਾਂ ਡਰ ਹੋਣਾ ਜੇ ਨਹੀਂ ਡਰ ਤੇ ਫਿਰ ਦੱਸ ਦੇਣ ਵੀ ਭਾਈ ਨਵਜੋਤ ਸਿੰਘ ਸਿੱਧੂ ਨੂੰ ਜੇ ਪ੍ਰਧਾਨ ਬਣਾਇਆ ਸੀ ਤੇ ਨਵਜੋਤ ਸਿੰਘ ਸਿੱਧੂ ਤੋਂ ਫੈਸਲੇ ਕਿਉਂ ਨਹੀਂ ਕਰਾਏ। ਫਿਰ ਕਹਿੰਦੇ ਟਵੀਟ ਬਹੁਤ ਕਰਦਾ ਸੀ ਨਵਜੋਤ ਸਿੰਘ ਸਿੱਧੂ। ਪੰਜਾਬ ਦੇ ਹੱਕਾਂ ਲਈ ਨਵਜੋਤ ਸਿੰਘ ਸਿੱਧੂ ਨੂੰ ਟਵੀਟ ਕਰਨੇ ਪੈਣੇ ਸੀ, ਉਹਨਾਂ ਦੀ ਉਹ ਜ਼ਿੰਮੇਵਾਰੀ ਸੀ। ਉਹ ਹੁਣ ਵੀ ਕਰਨਗੇ ਮੈਨੂੰ ਲੱਗਦਾ ਆਉਂਦੇ ਸਮੇਂ 'ਚ ਪੰਜਾਬ ਦੇ ਹੱਕਾਂ ਲਈ ਟਵੀਟ। ਸਵਾਲ ਕਰਨੇ ਸਰਕਾਰ ਨੂੰ ਬਹੁਤ ਜ਼ਰੂਰੀ ਹੈ। ਪਾਰਟੀ ਦਾ ਕੰਮ ਹੁੰਦਾ ਸਵਾਲ ਕਰਨੇ, ਇਸ ਕਰਕੇ ਉਹ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਅਗਰ ਨਵਜੋਤ ਸਿੰਘ ਸਿੱਧੂ ਦੇ ਟਵੀਟ ਕਰਨ ਤੇ ਇੰਨਾ ਗੁੱਸਾ ਸੀ ਤੇ ਉਹ ਕੰਮ ਹੀ ਖਤਮ ਕਰ ਦਿੰਦੇ ਵੀ ਨਵਜੋਤ ਸਿੰਘ ਸਿੱਧੂ ਟਵੀਟ ਨਾ ਕਰ ਸਕਦਾ। ਮੁਕਾਬਲਾ ਇਹ ਹੋਣਾ ਚਾਹੀਦਾ ਸੀ ਕਿ ਸਰਕਾਰ ਕਿਹਾ ਕਰਦੀ ਵੀ ਨਵਜੋਤ ਸਿੱਧੂ ਜੀ ਲੱਭੋ ਖਾਮੀ ਤੇ ਕਰੋ ਟਵੀਟ, ਤੇ ਕੋਈ ਟਵੀਟ ਕਰਨ ਨੂੰ ਥਾਂ ਨਾ ਹੁੰਦੀ ਤੇ ਪੰਜਾਬ ਦੇ ਲੋਕ ਭੰਗੜੇ ਪਾਉਂਦੇ ਹੁੰਦੇ ਵੀ ਦੇਖੋ ਜੀ ਰੇਤਾ ਸਰਕਾਰੀ ਹੋ ਗਿਆ, ਖੱਡਾਂ ਬੰਦ ਹੋ ਗਈਆਂ, ਪੰਜਾਬ ਦੇ ਪਿੰਡਾਂ ਦੇ ਨੌਜਵਾਨ ਟਰਾਲੀਆਂ 'ਚ ਰੇਤਾ ਭਰ ਕੇ ਵੇਚਦੇ ਆ। ਪੜ੍ਹੇ ਲਿਖੇ ਮੁੰਡਿਆਂ ਨੇ ਐਨ ਟਰਾਲੀਆਂ ਲਿਸ਼ਕਾ ਲੀਆਂ, ਉੱਪਰ ਪਲਾਸਟਿਕ ਦੀਆਂ ਤਰਪਾਲਾਂ ਪਾ ਲੀਆਂ ਵੈਲਡਿੰਗ ਕਰਾ ਕੇ। ਤੇ ਜਿਵੇਂ ਅਮਰੀਕਾ 'ਚ ਕੈਨੇਡਾ 'ਚ ਸਾਡੇ ਮੁੰਡੇ ਕੈਂਟਰ ਚਲਾਉਂਦੇ ਨੇ, ਐਦਾਂ ਕੈਂਟਰਾਂ 'ਚ ਸਾਡੇ ਮੁੰਡੇ ਇੱਥੇ ਰੇਤਾ ਭਰਦੇ ਹੁੰਦੇ। ਗੱਲਾਂ ਇਹ ਹੁੰਦੀਆਂ ਵੀ ਸਾਡੇ ਮੁੰਡੇ ਨੇ ਵੀ ਕੈਂਟਰ ਲੈ ਲਿਆ ਜੀ। ਇੱਥੇ ਤਾਂ ਜਿਹੜੇ ਮੰਤਰੀ ਸੀ, MLA ਸੀ, ਉਹਨਾਂ ਦੇ ਘਰ ਭਰ ਗਏ। ਆਮ ਗਰੀਬ ਦੇ ਘਰ ਦੇ ਗੇਟ ਦੇ ਨਾਲ ਦੇ ਥੰਮਲੇ ਦਾ ਪਲਸਤਰ ਨਹੀਂ ਹੁੰਦਾ, ਪਿੰਡਾਂ 'ਚ ਚਲੇ ਜਾਓ ਤੇ MLA ਤੇ ਮੰਤਰੀਆਂ ਨੇ ਵੱਡੇ ਵੱਡੇ ਕੋਠੀਆਂ ਪਾ ਲੀਆਂ, ਬੰਗਲੇ ਪਾ ਲਏ, ਜ਼ਮੀਨਾਂ ਖਰੀਦ ਲੀਆਂ ਆਪਣੇ ਨਾਂ ਤੇ, ਰਿਸ਼ਤੇਦਾਰਾਂ ਦੇ ਨਾਂ ਤੇ, ਦੋਸਤਾਂ ਦੇ ਨਾਂ ਤੇ। ਸੋ ਇਸ ਕਰਕੇ ਇਹੀ ਫਰਕ ਹੈ ਕਿ ਸਰਕਾਰ ਨੂੰ ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ ਸੀ। ਕੱਲ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਆਏ, ਕਿੰਨੀ ਚੰਗੀ ਗੱਲ ਕਹਿ ਕੇ ਗਏ ਕੇਜਰੀਵਾਲ ਸਾਹਿਬ। ਕਮੀਆਂ ਉੱਥੇ ਵੀ ਨੇ, ਮੈਂ ਉਹ ਵੀ ਗੱਲ ਕਰੂੰਗਾ ਜੇ ਸਵਾਲ ਕਰੋਗੇ ਤਾਂ। ਅਰਵਿੰਦ ਕੇਜਰੀਵਾਲ ਕਹਿੰਦੇ ਜੇ ਕੋਈ ਸਾਡਾ ਮੰਤਰੀ ਕਰਪਸ਼ਨ ਕਰੂ ਤਾਂ ਜੇਲ੍ਹ ਭੇਜ ਦਿਆਂਗੇ। ਹੁਣ ਮੈਨੂੰ ਨਹੀਂ ਲੱਗਦਾ ਕਿ ਕਿਸੇ ਮੰਤਰੀ ਜਾਂ MLA ਦੀ ਪੰਜਾਬ 'ਚ ਹਿੰਮਤ ਹੋਏਗੀ ਕਿ ਉਹ ਕਰਪਸ਼ਨ ਕਰ ਜੇ ਅਰਵਿੰਦ ਕੇਜਰੀਵਾਲ ਦੇ ਹੁੰਦੇ। ਅੱਧੇ ਘੰਟੇ 'ਚ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮੰਤਰੀ ਨੂੰ ਅਹੁਦੇ ਤੋਂ ਲਾ ਦੇਣਾ ਤੇ ਕਾਂਗਰਸ ਜਿਨ੍ਹਾਂ ਨੂੰ ਲਾ ਦਿੰਦੇ ਨੇ ਉਹਨਾਂ ਨੂੰ ਲਾ ਦਿੰਦੇ ਨੇ। ਤੇ ਕਾਂਗਰਸ 'ਚ ਮੈਂ ਕਹਿੰਦਾ 1000 ਟਵੀਟ ਕਰ ਲਓ, ਮੈਨੂੰ ਨਹੀਂ ਲੱਗਦਾ ਕਿ ਹਾਈ ਕਮਾਂਡ ਵਾਲੇ ਪੜ੍ਹਦੇ ਹੋਣਗੇ ਜਾਂ ਉਹਦੇ ਤੇ ਅਮਲ ਕਰ ਲੈਣਗੇ। ਸੋ ਇਸ ਕਰਕੇ ਇਹ ਬੁਨਿਆਦੀ ਫਰਕ ਹੈ। ਕਾਂਗਰਸ ਦੀ ਬਗਾਵਤ ਦਾ ਕਾਰਨ ਵੀ ਇਹੀ ਹੈ। ਹੁਣ ਕਾਂਗਰਸ ਦੇ ਲੀਡਰਾਂ ਨੂੰ ਵੀ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ। ਜਿੱਥੋਂ ਤੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਹੈ, ਨਵਜੋਤ ਸਿੰਘ ਸਿੱਧੂ ਇੱਕ ਪੰਜਾਬ ਲਈ ਉਹ ਮਾਡਲ ਲੈ ਕੇ ਤੁਰਿਆ ਸੀ ਕਿ ਕਾਂਗਰਸ ਨੇ ਉਹਦਾ ਪ੍ਰਚਾਰ ਹੀ ਨਹੀਂ ਕੀਤਾ। ਪ੍ਰਤਾਪ ਬਾਜਵਾ ਉਹਨਾਂ ਨੇ 20-25 ਦਿਨ ਪਹਿਲਾਂ ਇਲੈਕਸ਼ਨ ਮੈਨੀਫੈਸਟੋ ਬਣਾ ਕੇ ਦੇਤਾ, ਕਿਉਂਕਿ ਉਹ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੀ। ਜਿੱਦਣ ਚੋਣ ਮੈਨੀਫੈਸਟੋ ਆਇਆ, ਪ੍ਰਤਾਪ ਬਾਜਵਾ ਜੀ ਦੀ ਫੋਟੋ ਨਹੀਂ ਲਾਈ, ਬਾਕੀਆਂ ਦੀਆਂ ਫੋਟੋਆਂ ਲਾਤੀਆਂ। ਪ੍ਰਤਾਪ ਬਾਜਵਾ ਜੀ ਇਲੈਕਸ਼ਨ ਮੈਨੀਫੈਸਟੋ ਜਾਰੀ ਕਰਦੇ ਹੋਏ ਬੈਠੇ ਨਹੀਂ ਸੀ। ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਨੇ ਪ੍ਰਤਾਪ ਬਾਜਵਾ, ਮੈਨੀਫੈਸਟੋ ਬਣਾਇਆ ਪ੍ਰਤਾਪ ਬਾਜਵਾ ਨੇ, ਜਾਰੀ ਕਰਨ ਵੇਲੇ ਉਹ ਹੈ ਹੀ ਨਹੀਂ, ਉਹਨਾਂ ਨੂੰ ਸੱਦਿਆ ਹੀ ਨਹੀਂ ਗਿਆ। ਮੈਨੂੰ ਲੱਗਦਾ ਸੱਦਿਆ ਬਾਕੀ ਲੀਡਰ ਸੀਗੇ।
ਸੋ ਇਸ ਕਰਕੇ ਕਈ ਵਾਰੀ ਵਹਿਮ ਹੋ ਗਿਆ ਕਾਂਗਰਸ ਦੇ ਲੀਡਰਾਂ ਨੂੰ ਕੁਝ ਪਿਛਲੀ ਵਾਰੀ ਵੀ ਸਾਡੇ ਨਾਂ ਤੇ ਹੀ ਸਰਕਾਰ ਬਣਨੀ ਹੈ, ਵੀ ਸਾਰੀਆਂ ਵੋਟਾਂ ਪੰਜਾਬੀਆਂ ਨੇ ਸਾਨੂੰ ਹੀ ਪਾਣੀਆਂ, ਨਾ ਪ੍ਰਤਾਪ ਬਾਜਵੇ ਦੀ ਲੋੜ ਹੈ, ਨਾ ਨਵਜੋਤ ਸਿੱਧੂ ਦੀ ਲੋੜ ਹੈ, ਤੇ ਸਾਡੇ ਨਾਲ ਹੀ ਵੋਟਾਂ ਪੈਣੀਆਂ, ਅਸੀਂ ਹੀ ਮੰਤਰੀ ਬਣਾਉਣੇ, ਸਾਡੀ ਹੀ ਸਰਕਾਰ ਚੱਲਣੀ ਹੈ। ਤੇ ਫਿਰ ਜਦੋਂ ਰਿਸ਼ਤੇਦਾਰਾਂ ਦੀ ਈਡੀ ਦਾ ਛਾਪਾ ਪਿਆ, ਉਸ ਤੋਂ ਬਾਅਦ ਵੀ ਮੰਨੇ ਨਹੀਂ, ਕਹਿੰਦੇ ਅਸੀਂ ਗਰੀਬ ਹਾਂ। ਤੇ ਆ ਅਰਵਿੰਦ ਕੇਜਰੀਵਾਲ ਨੇ ਇੱਕ ਗਰੀਬ ਖੜਾਤਾ, ਸਧਾਰਨ, ਚਲੋ ਮੈਂ ਗਰੀਬ ਨਹੀਂ ਕਹਿੰਦਾ, ਇੱਕ ਸਧਾਰਨ ਪਰਿਵਾਰ ਦਾ ਪੁੱਤ, ਨਾ ਝਾੜੂ ਫੇਰਤਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੀ ਸੀਟ ਤੇ। ਸੋ ਇਸ ਕਰਕੇ ਉਦਾਹਰਨਾਂ ਉਦਾਂ ਦੀਆਂ ਦੇਣੀਆਂ ਪੈਣੀਆਂ, ਸੈੱਟ ਕਰਨੀਆਂ ਪੈਣੀਆਂ ਜਿਨ੍ਹਾਂ ਤੇ ਲੋਕ ਭਰੋਸਾ ਕਰਨ। ਸੋ ਚੰਨੀ ਸਾਹਿਬ ਨਹੀਂ ਜਿਤਾ ਸਕੇ ਕਾਂਗਰਸ ਨੂੰ, ਤੇ ਕਿਸੇ ਕਾਂਗਰਸ ਦੇ ਲੀਡਰ ਦੀ, ਕਈਆਂ ਦੀ ਹਿੰਮਤ ਨਹੀਂ ਵੀ ਉਹ ਚੰਨੀ ਸਾਹਿਬ ਤੇ ਸਵਾਲ ਖੜਾ ਕਰਨ। ਕਿਉਂ? ਕਿਉਂਕਿ ਉਹਨਾਂ ਨੇ ਤਾਂ ਬਣਵਾਇਆ ਸੀ ਚੰਨੀ ਸਾਹਿਬ ਨੂੰ, ਉਹੀ ਤਾਂ ਕਹਿੰਦੇ ਸੀ ਵੀ ਚਰਨਜੀਤ ਚੰਨੀ ਨੂੰ ਚਿਹਰਾ ਬਣਾ ਦਿਓ ਜੀ, ਸਰਕਾਰ ਦੁਬਾਰਾ ਬਣ ਜੂ, ਜੇ ਸਿੱਧੂ ਆ ਗਿਆ ਤੇ ਵੋਟ ਟੁੱਟ ਜੂ। ਔਰ ਇਹਨਾਂ ਦੇ ਫੈਸਲਿਆਂ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਰਕਾਰ ਦੇ ਖਿਲਾਫ ਐਂਟੀ ਇਨਕੰਬੈਂਸੀ ਇੰਨੀ ਹੋ ਗਈ। ਜਿਸ ਦਿਨ ਚਰਨਜੀਤ ਚੰਨੀ ਦਾ ਨਾਮ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਐਲਾਨਿਆ ਗਿਆ, ਰਾਹੁਲ ਗਾਂਧੀ ਦੇ ਉਸ ਭਾਸ਼ਣ ਨੂੰ ਸੁਣ ਲਓ। ਉਸ ਭਾਸ਼ਣ 'ਚ ਸੈਂਕੜੇ ਲੋਕ ਕਹਿੰਦੇ ਸੀ ਕਿ ਹਾਈ ਕਮਾਂਡ ਨੇ ਗਲਤ ਫੈਸਲਾ ਕਰਤਾ। ਨਵਜੋਤ ਸਿੰਘ ਸਿੱਧੂ ਇੱਕ ਬਦਲਾਅ ਦਾ ਮਾਡਲ ਲੈ ਕੇ ਆਏ ਸੀ। ਪੰਜਾਬ 'ਚ ਵੋਟਾਂ ਲੋਕਾਂ ਨੇ ਬਦਲਾਅ ਲਈ ਪਾਈਆਂ, ਦੋ ਬਦਲਾਅ ਸੀ ਪੰਜਾਬ 'ਚ ਮਾਡਲ। ਇੱਕ ਤਾਂ ਸੀ ਨਵਜੋਤ ਸਿੰਘ ਸਿੱਧੂ ਜਿਹੜਾ ਬਦਲਾਅ ਦਾ ਸੂਚਕ ਸੀ, ਇੱਕ ਸੀ ਭਗਵੰਤ ਮਾਨ। ਹੁਣ ਕਾਂਗਰਸ ਵਾਲਿਆਂ ਨੇ ਨਵਜੋਤ ਸਿੰਘ ਸਿੱਧੂ ਵਾਲੇ ਬਦਲਾਅ ਦੇ ਮਾਡਲ ਨੂੰ ਤਾਂ ਭੇਜਤਾ, ਖੂੰਜੇ ਲਾਤਾ, ਤੇ ਭਗਵੰਤ ਮਾਨ ਵਾਲਾ ਰਹਿ ਗਿਆ, ਤੇ ਲੋਕਾਂ ਨੇ ਭਗਵੰਤ ਮਾਨ ਵਾਲੇ ਮਾਡਲ ਨੂੰ ਪ੍ਰਵਾਨ ਕਰ ਗਿਆ। ਜਦੋਂ ਰਸਤਾ ਹੀ ਇੱਕ ਹੋਵੇ ਤੇ ਲੋਕਾਂ ਨੇ ਉਸੇ ਰਾਹ ਜਾਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਨਿਸ਼ਚਿਤ ਤੌਰ ਦੇ ਉੱਤੇ ਕੈਪਟਨ ਅਮਰਿੰਦਰ, ਸੁਖਬੀਰ ਬਾਦਲ ਔਰ ਚਰਨਜੀਤ ਚੰਨੀ ਤੋਂ ਵਧੀਆ ਮੁੱਖ ਮੰਤਰੀ ਸਾਬਤ ਹੋ ਸਕਦੇ ਨੇ। ਉਹਨਾਂ ਕੋਲੇ ਮੌਕਾ ਹੈ, ਕਿਉਂਕਿ ਉਹਨਾਂ ਨੂੰ ਮੰਤਰੀ ਸਾਫ਼ ਮਿਲੇ ਨੇ। ਉਹਨਾਂ ਕੋਲੇ ਕੋਈ ਮੰਤਰੀ ਕਰਪਟ ਨਹੀਂ ਜਿਹੜੇ ਬਣਨਗੇ, ਹਜੇ ਕੋਈ ਵਿਧਾਇਕ ਕਰਪਟ ਨਹੀਂ। ਜੀ ਬਿਲਕੁਲ। ਔਰ ਉਹਨਾਂ ਕੋਲੇ ਮੌਕਾ ਹੈ ਕਿ ਉਹ ਇਹਨਾਂ ਸਾਰੇ ਮੰਤਰੀਆਂ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਨ, ਕਿਉਂਕਿ ਕਾਂਗਰਸ 'ਚ ਕਿਤੇ ਨਾ ਕਿਤੇ ਦਬਾਅ ਵੀ ਹੁੰਦਾ। ਭਗਵੰਤ ਮਾਨ ਤੇ ਦਬਾਅ ਨਹੀਂ ਕੋਈ ਹੋਣਾ। ਸੋ ਇਸ ਕਰਕੇ ਭਗਵੰਤ ਮਾਨ ਕੋਲੇ ਮੌਕਾ ਹੈ ਇਮਾਨਦਾਰੀ ਨਾਲ ਕੰਮ ਕਰਨ ਦਾ। ਔਰ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਵਧਾਈ ਦੇ ਚੁੱਕੇ ਨੇ ਭਗਵੰਤ ਮਾਨ ਨੂੰ ਕਿ ਸ਼ੁਭ ਕਾਮਨਾਵਾਂ, ਮੈਨੂੰ ਆਸ ਹੈ ਭਗਵੰਤ ਮਾਨ ਤੋਂ। ਔਰ ਜੇ ਲੋੜ ਪਈ, ਅਗਰ ਸਰਕਾਰ ਗਰੰਟੀਆਂ ਤੋਂ ਭੱਜੂ ਤਾਂ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਵਿਰੋਧੀ ਧਿਰ ਦੇ ਤੌਰ ਤੇ, ਭਾਵੇਂ ਨਵਜੋਤ ਸਿੰਘ ਸਿੱਧੂ ਐਮਐਲਏ ਨਹੀਂ ਹੈ, ਪਰ ਪੰਜਾਬ ਲਈ ਨਵਜੋਤ ਸਿੰਘ ਸਿੱਧੂ ਦਾ ਸੰਘਰਸ਼ ਨਾ ਲੁਕਿਆ ਤੇ ਹੁਣ ਵੀ ਜਾਰੀ ਰਹਿਣਾ, ਮੈਨੂੰ ਪੂਰੀ ਉਮੀਦ ਹੈ। ਕਾਂਗਰਸ ਪਾਰਟੀ ਉਹਨਾਂ ਨੇ ਛੱਡਣੀ ਨਹੀਂ। ਉਹਨਾਂ ਨੇ ਕਹਿਤਾ ਸੀ ਪ੍ਰਿੰਕਾ ਤੇ ਰਾਹੁਲ ਗਾਂਧੀ ਨਾਲ ਵੀ ਮੈਂ ਤੁਹਾਡੇ ਨਾਲ ਹਾਂ। ਹਾਂ, ਰਾਹੁਲ ਤੇ ਪ੍ਰਿੰਕਾ ਹੀ ਅਗਰ ਨਵਜੋਤ ਸਿੰਘ ਸਿੱਧੂ ਨੂੰ ਵੱਖ ਕਰ ਦੇਣ, ਉਹ ਗੱਲ ਵੱਖਰੀ ਹੈ। ਬਿਲਕੁਲ। ਇੱਕ ਹੋਰ ਮੈਂ ਸਿੱਧਾ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਖਹਿਰਾ ਤੇ ਵਰਿੰਗ ਨੂੰ ਲੈ ਕੇ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਧਾ ਮੋਰਚਾ ਖੋਲਦੇ ਹੋਏ ਨਜ਼ਰ ਆ ਰਹੇ ਨੇ, ਕੀ ਵਜ੍ਹਾ ਨਜ਼ਰ ਆ ਰਹੀ ਹੈ ਇਸ ਦੇ ਪਿੱਛੇ? ਦੇਖੋ, ਤੁਸੀਂ ਬਹੁਤ ਮਹੱਤਵਪੂਰਨ ਸਵਾਲ ਪੁੱਛ ਲਿਆ। ਉਂਝ ਤਾਂ ਮੈਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦਾ ਖੁੱਲੇ ਦਿਲ ਤੋਂ ਸਵਾਗਤ ਕਰਦਾ, ਕਿਉਂਕਿ ਭਗਵੰਤ, ਦੋ ਹੀ ਬਦਲਾਅ ਸੀ, ਸਿੱਧੂ ਤੇ ਭਗਵੰਤ ਆ ਗਿਆ। ਹੁਣ ਪੰਜਾਬੀਆਂ ਕੋਲੇ ਚੰਗਾ ਮੌਕਾ ਕਿ ਅਸੀਂ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਈਏ। ਪਰ ਸ਼ੁਰੂਆਤੀ ਕਮੀਆਂ ਤੋਂ ਬਚਣਾ ਪਊਗਾ, ਸ਼ੁਰੂਆਤੀ ਗਲਤੀਆਂ ਤੋਂ ਭਗਵੰਤ ਮਾਨ ਹੋਰਾਂ ਨੂੰ ਬਚਣਾ ਪਊਗਾ। ਔਰ ਭਗਵੰਤ ਮਾਨ ਨੂੰ ਸਾਰੇ ਅਫਸਰਾਂ ਨੂੰ ਹਦਾਇਤ ਕਰਨੀ ਪਊਗੀ ਕਿ ਕੋਈ ਵੀ ਸਲਾਹ ਮੈਨੂੰ ਮੇਰੀ ਸਰਕਾਰ ਦੀ ਛਵੀ ਨਾ ਖਰਾਬ ਕਰੇ। ਸਰਕਾਰ ਦੇ ਪ੍ਰਤੀ ਨੈਰੇਟਿਵ ਹੈ ਜਿਹੜਾ, ਉਹ ਪੋਜ਼ਿਟਿਵ ਰਹਿਣਾ ਚਾਹੀਦਾ। ਹੁਣ ਕੱਲ ਦੇਖੋ ਕੀ ਹੋਇਆ। ਕੱਲ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਹੋਇਆ, ਬਹੁਤ ਵੱਡਾ ਰੋਡ ਸ਼ੋਅ ਸੀ। ਕੇਜਰੀਵਾਲ ਸਾਹਿਬ ਦਿੱਲੀੋਂ ਆਏ, ਜਹਾਜ਼ ਤੇ ਆਏ, ਮੁੱਖ ਮੰਤਰੀ ਨੇ ਦਿੱਲੀ ਦੇ, ਕੇਜਰੀਵਾਲ ਸਾਹਿਬ ਉੱਥੇ ਸੀ। ਬਹੁਤ ਵੱਡਾ ਇਕੱਠ, ਬਹੁਤ ਵੱਡੀ ਗਿਣਤੀ 'ਚ ਉੱਥੇ ਲੋਕ। ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ, ਅਰਦਾਸ ਕੀਤੀ, ਸਾਰਿਆਂ ਦਾ ਉੱਥੇ ਵੱਡੀ ਗਿਣਤੀ 'ਚ ਜਿਹੜੇ ਲੋਕ ਪਹੁੰਚੇ ਹੋਏ ਸੀ, ਸਾਰਿਆਂ ਨੂੰ ਮੌਕਾ ਮਿਲਿਆ ਦਰਬਾਰ ਸਾਹਿਬ ਮੱਥਾ ਟੇਕਣ ਦਾ। ਅਕਸਰ ਜਾਈਦਾ ਸੀ ਦਰਬਾਰ ਸਾਹਿਬ ਮੱਥਾ ਟੇਕਣ। ਪਰ ਜਿਹੜਾ ਸੁਖਪਾਲ ਖਹਿਰਾ ਤੇ ਵੜਿੰਗ ਨੇ ਕੰਮ ਕੀਤਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਉਹਨਾਂ ਨੇ ਹਾਲਾਂਕਿ ਹਜੇ ਭਗਵੰਤ ਮਾਨ ਉਹਨਾਂ ਨੇ ਮੁੱਖ ਮੰਤਰੀ ਦੇ ਸਹੁੰ ਨਹੀਂ ਚੁੱਕੀ,
ਮਨੋਨੀਤ ਮੁੱਖ ਮੰਤਰੀ ਨੇ ਡੈਜ਼ਿਗਨੇਟ ਸੀਐਮ, ਕਿਉਂਕਿ ਉਹ ਸੰਸਦੀ ਦਲ ਦੇ ਲੀਡਰ ਬਣ ਗਏ ਨੇ। ਸੰਸਦੀ ਦਲ ਦਾ ਲੀਡਰ ਹੀ ਗਵਰਨਰ ਨੂੰ ਚਿੱਠੀ ਦਿੰਦਾ ਕਿ ਮੈਂ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੱਕਣੀ ਹੈ ਤੇ ਸਾਨੂੰ ਸਮਾਂ ਦਿੱਤਾ ਜਾਵੇ। ਮੈਂ ਸੰਸਦੀ ਦਲ ਦਾ ਲੀਡਰ ਚੱਕਿਆ ਗਿਆ, ਸੋ ਡੈਜ਼ਿਗਨੇਟਡ ਸੀਐਮ ਬਣ ਜਾਂਦੇ ਨੇ। ਸੋ ਹੁਣ ਉਹ ਡੈਜ਼ਿਗਨੇਟਡ ਸੀਐਮ ਹੈ, ਸਹੁੰ ਚੁੱਕ ਕੇ ਉਹ ਸਿਰਫ ਸੀਐਮ ਬਣ ਜਾਣਗੇ। ਹੁਣ ਉਹਨਾਂ ਨੂੰ ਸਲਾਹ ਦੇਣੀ ਚਾਹੀਦੀ ਸੀ ਅਫਸਰਾਂ ਨੂੰ ਕਿ ਅਗਰ ਰੋਡ ਸ਼ੋਅ ਕਰਨਾ ਹੈ, ਦੇਖੋ ਰੋਡ ਸ਼ੋਅ ਤਾਂ ਕੱਲ ਤੋਂ ਪਹਿਲਾਂ ਵੀ ਬੜੇ ਕੀਤੇ ਆਮ ਆਦਮੀ ਪਾਰਟੀ ਨੇ, ਕਿਸੇ ਤੋਂ ਪੈਸਾ ਥੋੜੀ ਲਿਆ, ਪਾਰਟੀ ਨੇ ਖਰਚਾ ਕੀਤਾ। ਹੁਣ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਨੇ ਪੋਸਟਾਂ ਪਾਤੀਆਂ, ਬਿਆਨ ਦੇਤੇ, ਟਵੀਟ ਕਰਤਾ ਕਿ ਸਰਕਾਰੀ ਬੱਸਾਂ ਦੀ ਦੁਰਵਰਤੋਂ ਹੋਈ ਹੈ। ਮੈਂ ਵੀਡੀਓ ਦੇਖ ਰਿਹਾ ਸੀ, ਫੋਟੋਆਂ ਦੇਖ ਰਿਹਾ ਸੀ, ਆਮ ਆਦਮੀ ਪਾਰਟੀ ਦੇ ਵਲੰਟੀਅਰ ਜੋਸ਼ 'ਚ ਸੀ, ਬੱਸਾਂ ਦੀ ਛੱਤ ਤੇ ਵੀ ਕਈ ਚੜੇ ਸੀ ਆਪ ਦਾ ਝੰਡਾ ਲੈ ਕੇ, ਖੁਸ਼ੀ ਦਾ ਮੌਕਾ ਸੀ। ਅਸੀਂ ਵੀ ਕਈ ਵਾਰੀ ਸਕੂਲ ਕਾਲਜ ਦਿਵਿਆ ਜੀ ਬੱਸ ਦੀ ਛੱਤ ਤੇ ਬਹਿ ਕੇ ਜਾਂਦੇ ਸੀ, ਛੱਤਾਂ ਨੂੰ ਕੁਝ ਨਹੀਂ ਹੁੰਦਾ ਬੱਸਾਂ ਦੀਆਂ, ਲੋਕ ਸਮਾਨ ਲੈ ਕੇ ਪਹਿਲਾਂ ਅਕਸਰ ਬੱਸਾਂ ਦੀਆਂ ਛੱਤਾਂ ਤੇ ਜਾਂਦੇ ਸੀ ਜਦੋਂ ਭੀੜ ਬਹੁਤ ਜ਼ਿਆਦਾ ਹੁੰਦੀ ਸੀ, ਬੱਸਾਂ ਘੱਟ ਹੁੰਦੀਆਂ ਸੀ। ਸਰ ਅੱਜ ਵੀ ਕਈ ਜਗ੍ਹਾ ਹੈਗੀਆਂ ਇਦਾਂ ਦੀ ਇੰਡੀਆ ਦੇ ਵਿੱਚ ਜਿੱਥੇ ਏਦਾਂ ਹੁੰਦਾ ਆ। ਹਾਂਜੀ ਹਾਂਜੀ, ਪਰ ਹੁਣ ਇਹ ਖੁਸ਼ੀ ਦਾ ਮੌਕਾ ਸੀ ਕੱਲ, ਸੋ ਕੁਝ ਚੜ ਗਏ ਹੋਣੇ ਨੌਜਵਾਨ ਛੱਤਾਂ ਤੇ, ਪਰ ਬਹੁਤੀਆਂ ਬੱਸਾਂ ਸਰਕਾਰੀ ਦੇਖੀਆਂ ਵੀਡੀਓ 'ਚ, ਪੀਆਰਟੀਸੀ ਦੀਆਂ ਵੀ ਬੱਸਾਂ ਸੀ। ਹੁਣ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਕਹਿੰਦੇ ਕਿ ਇਹ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ, ਵੀ ਇਹ ਰੋਡ ਸ਼ੋਅ ਤਾਂ ਸੀ ਪਾਰਟੀ ਦਾ ਤੇ ਬੱਸਾਂ ਤੁਸੀਂ ਸਰਕਾਰੀ ਵਰਤ ਲੀਆਂ। ਵੈਸੇ ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਇੱਕ ਸੁਝਾਅ ਦਿੱਤਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਅੱਜ ਕੱਲ੍ਹ, ਕਿਉਂਕਿ ਰੋਡਵੇਜ਼ ਵਗੈਰਾ ਘਾਟੇ 'ਚ ਨੇ, ਸਰਕਾਰਾਂ ਨੂੰ ਅਜਿਹੀ ਪਾਲਿਸੀ ਬਣਾ ਦੇਣੀ ਚਾਹੀਦੀ ਹੈ ਕਿ ਜੇ ਕਿਸੇ ਨੇ ਵਿਆਹ ਲਈ ਵੀ ਬੱਸ ਬੁੱਕ ਕਰਨੀ ਹੈ ਤੇ ਉਹ ਰੋਡਵੇਜ਼ ਦੀ ਕਰ ਲੇ। ਰੋਡਵੇਜ਼ 'ਚ ਵੀ ਅੱਜ ਕੱਲ੍ਹ ਤਾਂ ਚੰਗੀਆਂ ਚੰਗੀਆਂ ਬੱਸਾਂ ਨੇ, ਤਾਂ ਕਿ ਕੁਝ ਆਮਦਨ ਆਵੇ। ਔਰ ਜੇ ਪੋਲੀਟੀਕਲ ਪਾਰਟੀਆਂ ਨੂੰ ਰੋਡ ਸ਼ੋਅ ਲਈ, ਰੈਲੀਆਂ ਲਈ ਬੱਸਾਂ ਚਾਹੀਦੀਆਂ ਨੇ ਤੇ ਉਹ ਸਰਕਾਰੀ ਖਰਚੇ ਤੇ ਨਾ ਲੈ ਕੇ ਜਾਣ। ਹੁਣ ਇਹ ਵੱਡਾ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਸੁਖਪਾਲ ਖਹਿਰਾ, ਰਾਜਾ ਵੜਿੰਗ ਔਰ ਸੁਖਪਾਲ ਖਹਿਰਾ ਨੇ ਇੱਕ ਪੋਸਟ ਵੀ ਪਾਈ, ਉਹ ਤਾਂ ਕਹਿੰਦੇ ਕਿ ਡੀਸੀਆਂ ਨੂੰ ਪੈਸੇ ਵੀ ਭੇਜੇ ਗਏ ਨੇ ਇੰਤਜ਼ਾਮਾਂ ਦੇ ਲਈ। ਹੁਣ ਜੇ ਸਰਕਾਰੀ ਖਰਚੇ ਤੇ ਬੱਸਾਂ ਗਈਆਂ ਨੇ, ਇਹ ਨਾ ਹੁੰਦਾ ਤੇ ਭਗਵੰਤ ਮਾਨ ਤੇ ਕੇਜਰੀਵਾਲ ਦਾ ਰੋਡ ਸ਼ੋਅ ਹੋਰ ਜ਼ਿਆਦਾ ਚੰਗਾ ਹੁੰਦਾ, ਕਿਉਂਕਿ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਸਵਾਲ ਖੜੇ ਕਰ ਗਏ। ਇਹ ਦੋਨੇ ਵਾਕਫ ਨੇ। ਰਾਜਾ ਵੜਿੰਗ ਤਾਂ ਟਰਾਂਸਪੋਰਟ ਮੰਤਰੀ ਰਿਹਾ ਕੁਝ ਦਿਨ, ਚੰਗੇ ਉਹਨਾਂ ਨੇ ਰੈਵਨਿਊ ਵਧਵਾਇਆ। ਹੁਣ ਸਰਕਾਰੀ ਬੱਸਾਂ ਦੀ ਇਸ ਤਰੀਕੇ ਨਾਲ ਵਰਤੋਂ ਤਾਂ ਨਹੀਂ ਹੋਣੀ ਚਾਹੀਦੀ ਸੀ, ਇਹ ਤਾਂ ਸਮਝਦੇ ਨੇ ਭਗਵੰਤ ਮਾਨ ਵੀ, ਹੋ ਸਕਦਾ ਭਗਵੰਤ ਮਾਨ ਦੇ ਧਿਆਨ 'ਚ ਹੀ ਨਾ ਹੋਵੇ। ਸੋ ਉਹਨਾਂ ਨੇ ਪਰ ਵਿਰੋਧੀ ਧਿਰ ਦੀ ਭੂਮਿਕਾ ਨਾਲ ਹੀ ਅਦਾ ਕਰਤੀ। ਸੋ ਇਸ ਕਰਕੇ ਭਗਵੰਤ ਮਾਨ ਉਹਨਾਂ ਨੂੰ ਵੀ ਬਹੁਤ ਸੁਚੇਤ ਹੋ ਕੇ ਕਦਮ ਰੱਖਣਾ ਪੈਣਾ ਹੈ। ਇਹਨਾਂ ਛੋਟੀਆਂ ਛੋਟੀਆਂ ਗਲਤੀਆਂ, ਕਮੀਆਂ ਪੱਕ ਜਾਂਦੀਆਂ ਨੇ। ਤੇ ਹੁਣ ਕਹਿੰਦੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਪਿੰਡ 'ਚ ਸਹੁੰ ਚੁੱਕ ਸਮਾਗਮ ਕਰਨਾ ਹੈ ਤੇ ਉਹਦਾ ਵੀ ਖਰਚਾ, ਮੈਂ ਪੜ੍ਹ ਰਿਹਾ ਸੀ ਖਬਰਾਂ ਅਖਬਾਰਾਂ 'ਚ, ਵੈਬਸਾਈਟਾਂ ਤੇ, ਕਹਿੰਦੇ 2 ਕਰੋੜ ਰੁਪਏ ਦਾ ਖਰਚਾ ਵੀ ਹੋ ਸਕਦਾ ਹੈ। ਦੇਖੋ ਅਗਰ ਅੱਜ ਰੋਡ ਸ਼ੋਅ ਕਰ ਲਿਆ ਬਹੁਤ ਵੱਡਾ ਕੱਲ, ਤੇ ਸ਼ਹੀਦ ਭਗਤ ਸਿੰਘ ਦੇ ਥਾਂ ਤੇ ਅਗਰ ਸਹੁੰ ਚੁੱਕ ਸਮਾਗਮ ਕਰਨਾ ਹੈ ਤੇ ਖਰਚਾ ਘਟਾ ਲਓ, ਹਜੇ ਵੀ ਮੌਕਾ ਹੈ। 2 ਕਰੋੜ ਬਹੁਤ ਜ਼ਿਆਦਾ ਹੁੰਦਾ ਹੈ। ਤੁਸੀਂ ਰਾਜ ਭਵਨ ਹੈ, ਉੱਥੇ ਕਿੰਨੇ ਘੱਟ ਖਰਚੇ 'ਚ ਸਹੁੰ ਚੱਕੀ ਜਾ ਸਕਦੀ ਹੈ। ਭਗਤ ਸਿੰਘ ਦੀ ਫੋਟੋ ਤਾਂ ਹਰ ਥਾਂ ਹੈ, ਪਰ ਜਾਣਾ ਚਾਹੀਦਾ ਭਗਤ ਸਿੰਘ ਦੇ ਪਿੰਡ। ਮੈਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਨਾ ਜਾਓ, ਉੱਥੇ ਜਾਓ, ਪਰ ਉਦਾਹਰਨ ਸੈੱਟ ਕਰੋ। ਉਦਾਹਰਨ ਸੈੱਟ ਕਰੋ ਕਿ ਘੱਟ ਤੋਂ ਘੱਟ ਖਰਚੇ 'ਚ ਅਸੀਂ ਜਾਈਏ। 2 ਕਰੋੜ ਬਹੁਤ ਵੱਡਾ ਅਮਾਉਂਟ ਹੈ। ਸਾਡੇ ਕਿਸਾਨਾਂ ਦੇ ਲੱਖ 2-2 ਲੱਖ ਦੇ ਕਰਜ਼ੇ ਮਾਫ ਹੈ। ਸ਼ਹੀਦ ਭਗਤ ਸਿੰਘ ਦਾ ਨਾਮ ਲੈ ਕੇ ਉਹਦੇ ਪਿੰਡ 'ਚ 100-200 ਕਿਸਾਨ ਬੁਲਾ ਕੇ ਉਹਨਾਂ ਦੇ 2-2 ਲੱਖ ਦੇ ਕਰਜ਼ੇ ਮਾਫ ਕਰ ਦਿੰਦੇ ਤੇ ਹੋਰ ਵੱਡੀ ਸ਼ਰਧਾਂਜਲੀ ਹੋ ਜਾਣੀ ਸੀ। ਸੋ ਪੈਸੇ ਦੀ ਦੁਰਵਰਤੋਂ ਸਾਨੂੰ ਬਚਾਉਣੀ ਪਊਗੀ। ਹਾਲਾਂਕਿ ਚੰਗੇ ਪਾਸੇ ਵੀ ਕੰਮ ਕੀਤਾ। ਦੇਖੋ, ਸੁਰੱਖਿਆ ਵਾਪਸ ਲੈ ਲਈ, ਲੀਡਰਾਂ ਨੂੰ ਨਹੀਂ ਲੋੜ ਐਡੀ ਸੁਰੱਖਿਆ ਦੀ। 122 ਦੇ ਕਰੀਬ ਲੀਡਰ ਨੇ, ਅਕਾਲੀ, ਬੀਜੇਪੀ ਵੀ ਹੈ, ਸਾਰੇ ਹੀ ਹੈ ਉਹਦੇ 'ਚ, ਸਾਬਕਾ ਐਮਐਲਏ, ਉਹਨਾਂ ਦੀਆਂ ਸੁਰੱਖਿਆਵਾਂ ਵਾਪਸ ਲਈਆਂ, ਆਪ ਦੇ ਵੀ ਨੇ 1-2। ਚੰਗੀ ਗੱਲ ਹੈ, ਲੀਡਰਾਂ ਦੀ ਸੁਰੱਖਿਆ ਵਾਪਸ ਲੈਣਾ ਚੰਗੀ ਗੱਲ ਹੈ, ਪਰ ਪੈਸਿਆਂ ਦੀ ਬਚਤ ਕਰਕੇ ਚੱਲੋ, ਕਿਉਂਕਿ ਤਨਖਾਹ ਦੇਣ ਨੂੰ ਬੜੇ ਮਹਿਕਮੇ ਔਖੇ ਹੁੰਦੇ ਨੇ, ਲੇਟ ਹੋ ਜਾਂਦੀ ਕਈਆਂ ਦੀ ਤਨਖਾਹ। ਸੋ ਪਰ ਮੈਨੂੰ ਉਮੀਦ ਹੈ, ਕਿਉਂਕਿ ਦਿੱਲੀ 'ਚ ਕੇਜਰੀਵਾਲ ਸਾਹਿਬ ਬੈਠੇ ਨੇ, ਉਹਨਾਂ ਕੋਲੇ ਤਜਰਬਾ ਹੈ। ਹੌਲੀ ਹੌਲੀ ਭਗਵੰਤ ਮਾਨ ਹੋਣੀ ਆਪ ਜਦੋਂ ਫੈਸਲੇ ਲੈਣ ਲੱਗ ਜਾਣਗੇ ਮੁੱਖ ਮੰਤਰੀ ਬਣ ਕੇ, ਅਫਸਰਾਂ ਤੇ ਜਿਹੜੀ ਹੈ ਨਿਰੀ ਪੂਰੀ ਨਿਰਭਰਤਾ ਨਾ ਕਰੋ। ਅਫਸਰਾਂ ਨੂੰ ਟਾਰਗੇਟ ਦਿਓ ਵੀ ਅਸੀਂ 10 ਲੱਖ 'ਚ ਪ੍ਰੋਗਰਾਮ ਕਰਨਾ ਹੈ,
ਜੇ ਉਹ ਕਹਿਣ ਵੀ 2 ਕਰੋੜ ਲੱਗੂ, ਉਹਨਾਂ ਨੂੰ ਕਹੋ 10 ਲੱਖ 'ਚ ਪ੍ਰੋਗਰਾਮ ਕਰਨਾ, ਦੱਸੋ ਕਿਵੇਂ ਕਰੀਏ। ਅਫਸਰਾਂ ਨੇ 10 ਲੱਖ 'ਚ ਵੀ ਕਰਾ ਲੈਣਾ ਉਹ ਪ੍ਰੋਗਰਾਮ। ਪਰ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਸੂਬੇ ਦੀ ਸਰਕਾਰ ਦਾ ਮਾਰਕੀਟਿੰਗ ਦਾ ਮਹਿਕਮਾ ਬਣਾ ਦਿਓ। ਇਹੋ ਜਿਹੇ ਜਿਹੜੇ ਪ੍ਰੋਗਰਾਮ ਕਰਨੇ ਨੇ ਨਾ, ਵੱਡੀਆਂ ਵੱਡੀਆਂ ਕੰਪਨੀਆਂ ਤੋਂ ਸਪਾਂਸਰਸ਼ਿਪ ਲੈ ਲਓ, ਉਹਨਾਂ ਨੂੰ ਕਹੋ ਤੁਸੀਂ ਆਪਣੇ ਬੋਰਡ ਵੀ ਲਾ ਲਓ ਜੀ, ਝੰਡੇ ਲਾ ਲਓ ਆਪਣੇ ਵੀ, ਤਾਂ ਕਿ ਸਰਕਾਰੀ ਪੈਸਾ ਨਾ ਲੱਗੇ, ਸਰਕਾਰੀ ਖਜ਼ਾਨੇ 'ਚ ਪੈਸਾ ਆਵੇ ਜੀ। ਸਰ 2024 ਦੀ ਗੱਲ ਕਰਾਂਗੀ, ਬੇहद ਇੰਪੋਰਟੈਂਟ ਰਹਿਣ ਵਾਲਾ ਹੈਗਾ ਆ। ਮੈਂ ਗੱਲ ਕਰਾਂਗੀ ਭਾਜਪਾ ਦੀ, ਕੀ ਲੱਗਦਾ ਆ ਕਿਆ ਗੁੱਸਾ ਗਿਲਾ ਦੂਰ ਹੋ ਪਾਏਗਾ, ਕਿਆ ਕਿਸਾਨਾਂ ਦਾ ਹੱਥ ਇੱਕ ਵਾਰ ਫੇਰ ਫੜ ਪਾਏਗੀ? ਦੇਖੋ, ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਨਾ, ਤੁਸੀਂ ਸਵਾਲ ਅੱਜ ਮੈਨੂੰ ਮੌਕੇ ਦਾ ਪੁੱਛ ਲਿਆ। ਭਾਰਤੀ ਜਨਤਾ ਪਾਰਟੀ ਨੇ ਇੱਕ ਖਾਸ ਟੀਮ ਬਣਾਈ ਹੈ, ਜਿਹੜੀ ਪੰਜਾਬ ਦੇ ਵਿੱਚ ਪਿੰਡਾਂ 'ਚ ਔਰ ਖਾਸ ਤੌਰ ਤੇ ਕਿਸਾਨਾਂ ਦੀਆਂ ਮੂਲ ਸਮੱਸਿਆਵਾਂ ਦੇ ਹੱਲ ਦੇ ਲਈ ਫਾਰਮੂਲੇ ਸੁਝਾਏਗੀ। ਇਹ ਗੁਪਤ ਟੀਮ ਹੈ, ਮੈਨੂੰ ਪਤਾ ਲੱਗਿਆ ਵੀ ਸਾਰਵਜਨਿਕ ਨਹੀਂ ਕੀਤੀ, ਕਿਉਂਕਿ ਸ਼ਹਿਰਾਂ 'ਚੋਂ ਭਾਜਪਾ ਨੂੰ ਚੰਗੀ ਵੋਟ ਪਈ, ਵੋਟ ਪਰਸੈਂਟੇਜ ਭਾਜਪਾ ਦਾ ਵਧਿਆ। ਆਉਂਦੇ ਸਮੇਂ 'ਚ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ 2024 ਦੀਆਂ, ਕਿਸਾਨਾਂ ਦੇ ਬਹੁਤ ਮਸਲੇ ਤਾਂ ਹੱਲ ਕਰਤੇ ਮੋਦੀ ਸਾਹਿਬ ਨੇ। 3 ਬਿੱਲ ਸੀ, ਖੇਤੀ ਕਾਨੂੰਨ ਸੀ ਜਿਹੜੇ, ਉਹ ਵੀ ਰੱਦ ਕਰਤੇ, ਮੰਗ ਮੰਨੀ ਗਈ। ਤੇ 23 ਲੱਖ ਕਿਸਾਨਾਂ ਦੇ ਖਾਤਿਆਂ 'ਚ ਵੀ ਪੰਜਾਬ 'ਚ ਪੈਸੇ ਆਉਂਦੇ ਆ, ਹਰ 4 ਮਹੀਨਿਆਂ 'ਚ 2000 ਰੁਪਏ। 31 ਮਾਰਚ ਤੋਂ ਬਾਅਦ ਫੇਰ ਕਿਸ਼ਤ ਆਉਣੀ ਹੈ ਜੀ। ਸੋ ਉਸ ਤੋਂ ਪਹਿਲਾਂ ਕਿਸਾਨ ਆਪਣੇ ਖਾਤਿਆਂ ਨੂੰ, ਬੈਂਕ ਅਕਾਊਂਟਸ ਨੂੰ ਆਧਾਰ ਨਾਲ ਲਿੰਕ ਕਰ ਲੈਣ, KYC ਕਰਾਉਣੀ ਪੈਂਦੀ ਆ, ਉਹ ਵੀ ਕਰਾ ਲੈਣ, ਉਹ ਬੜਾ ਜ਼ਰੂਰੀ ਹੈ 31 ਮਾਰਚ ਤੋਂ ਪਹਿਲਾਂ ਜਿਹੜੇ ਰਹਿ ਗਏ। ਤੇ ਬੀਜੇਪੀ ਦੀ ਹੁਣ ਕੋਸ਼ਿਸ਼ ਹੈ ਕਿ 2024 'ਚ 13 ਸੀਟਾਂ ਜਿੱਤਣ ਲਈ ਅਸੀਂ ਪਿੰਡ ਪਿੰਡ ਤੱਕ ਪਹੁੰਚੀਏ, ਬੂਥ ਪੱਧਰ ਤੱਕ ਪਹੁੰਚੀਏ, ਔਰ ਜਿਹੜੇ ਕਿਸਾਨ ਮਸਲੇ ਨੇ ਅਸੀਂ ਹੋਰ ਹੱਲ ਕਰੀਏ। ਔਰ ਆਉਂਦੇ ਸਮੇਂ 'ਚ ਮੈਨੂੰ ਲੱਗਦਾ ਬੀਜੇਪੀ MSP ਦੇ ਉੱਤੇ ਵੀ ਕਿਸਾਨਾਂ ਦੀ ਮੰਗ ਮੰਨੂਗੀ। ਪਰਾਲੀ ਦਾ ਮਸਲਾ ਜਲਾਉਣ ਦਾ ਤਾਂ ਹੱਲ ਹੋ ਹੀ ਜਾਣਾ, ਕਿਉਂਕਿ ਕੇਜਰੀਵਾਲ ਸਾਹਿਬ ਦੀ ਸਰਕਾਰ ਆ ਗਈ, ਉਹ ਤਾਂ ਮੈਨੂੰ ਲੱਗਦਾ ਕੇਂਦਰ ਦੀ ਲੋੜ ਪੈਣੀ ਨਹੀਂ ਇੰਨੀ, ਪਰ ਫਿਰ ਵੀ ਕੇਂਦਰ ਦਾ ਸਹਿਯੋਗ ਲੈ ਲੈਣਾ ਚਾਹੀਦਾ ਕੇਜਰੀਵਾਲ ਸਾਹਿਬ ਨੂੰ। ਐਤਕੀ ਮੈਂ ਉਮੀਦ ਕਰਦਾ ਨਵੰਬਰ ਦਸੰਬਰ 'ਚ ਪਰਾਲੀ ਨੂੰ ਅੱਗ ਨਹੀਂ ਲੱਗਣੀ, ਕਿਉਂਕਿ ਭਗਵੰਤ ਮਾਨ ਸਾਹਿਬ ਸਰਕਾਰ ਹੈ, ਮਸਲਾ ਹੱਲ ਕਰ ਲੈਣਾ ਇਹਨਾਂ ਨੇ। ਦੂਸਰਾ, ਬੀਜੇਪੀ ਇਸ ਰਣਨੀਤੀ ਤੇ ਹੈ ਕਿ ਅਸੀਂ ਕਿਸਾਨਾਂ 'ਚ ਆਪਣੀ ਪਹੁੰਚ ਵਧਾਈਏ, ਕਿਸਾਨਾਂ ਦੇ ਮਸਲੇ ਹੱਲ ਕਰੀਏ, ਕਿਸਾਨਾਂ ਦੇ ਲਈ ਠੋਸ ਯੋਜਨਾਵਾਂ ਉਲੀਕੀਏ। ਔਰ ਕਾਂਗਰਸ ਨੂੰ ਵੀ ਹੁਣ ਮਿਹਨਤ ਕਰਨ ਦੀ ਲੋੜ ਹੈ, ਆਪਣਾ ਢਾਂਚਾ ਦਰੁਸਤ ਕਰਕੇ। ਕਾਂਗਰਸ ਪਾਰਟੀ ਦੀ ਸਰਵਿਸ ਹੋਣ ਵਾਲੀ ਹੈ, ਜਿਵੇਂ ਅਸੀਂ ਕੋਈ ਨਵੀਂ ਸਕੂਟਰ ਕਾਰ ਲੈਂਦੇ ਹਾਂ ਤੇ ਸਰਵਿਸ ਕਰਾਉਣੀ ਪੈਂਦੀ ਹਰ 4-5 ਮਹੀਨਿਆਂ ਬਾਅਦ, ਤਾਂ ਕਾਂਗਰਸ ਨੂੰ ਹੁਣ ਇਸ ਵਕਤ ਸਰਵਿਸ ਕਰਾਉਣ ਦੀ ਲੋੜ ਹੈ। ਆਰਗੇਨਾਈਜ਼ਡ ਹੋ ਕੇ ਕਾਂਗਰਸ ਦਾ ਸੰਗਠਨ ਕੰਮ ਕਰੇ, ਤੇ ਬੀਜੇਪੀ ਵੀ ਕਿਸਾਨਾਂ ਵਾਲੇ ਪਾਸੇ ਤੁਰ ਪਈ ਹੈ, ਤੇ ਆਮ ਆਦਮੀ ਪਾਰਟੀ ਨੂੰ ਵੀ ਖੇਤੀਬਾੜੀ ਦੇ ਉੱਤੇ ਠੋਸ ਨੀਤੀ ਬਣਾਉਣੀ ਪੈਣੀ ਹੈ। ਕਿਸਾਨਾਂ ਦੀਆਂ ਵੋਟਾਂ ਬਹੁਤ ਵੱਡੀ ਅਹਿਮੀਅਤ ਰੱਖਦੀਆਂ ਨੇ, ਔਰ ਮੇਰਾ ਸੁਝਾਅ ਹੈ ਹਮੇਸ਼ਾ ਦੀ ਤਰ੍ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਇਸ ਵਾਰ ਘੱਟੋ ਘੱਟ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਚੋਂ 5-5 ਸੀਟਾਂ ਕਿਸਾਨਾਂ ਲਈ ਛੱਡੋ। ਸਾਡੀ ਪਾਰਲੀਮੈਂਟ ਦੇ ਵਿੱਚ ਪੰਜਾਬ ਚੋਂ ਘੱਟੋ ਘੱਟ 5 ਕਿਸਾਨ ਲੀਡਰ ਪਾਰਲੀਮੈਂਟ 'ਚ ਜਾਣੇ ਚਾਹੀਦੇ ਨੇ, ਘੱਟੋ ਘੱਟ 5 ਕਿਸਾਨ ਲੀਡਰ ਪਾਰਟੀ 'ਚ ਜਾਣੇ ਚਾਹੀਦੇ ਨੇ। ਮੈਂ ਵੀ ਕਿਸਾਨ ਹਾਂ, ਪਰ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਸੀਟ ਛੱਡੋ, ਪਰ ਮੈਂ ਕਹਿੰਦਾ 5 ਕਿਸਾਨ ਸੰਗਠਨਾਂ ਦੇ ਆਗੂਆਂ ਨੂੰ ਸਾਡੀਆਂ ਪਾਰਟੀਆਂ ਪਾਰਲੀਮੈਂਟ 'ਚ ਭੇਜਣ, ਤਾਂ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸਾਨਾਂ ਦੇ ਮਸਲੇ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਹੋਣ। ਔਰ ਬੀਜੇਪੀ ਵੀ ਮੈਂ ਚਾਹੂੰਗਾ ਕਿ ਕਿਸਾਨ ਆਗੂਆਂ ਨੂੰ ਟਿਕਟਾਂ ਦੇਵੇ ਇਸ ਵਾਰ। ਸੋ ਕਿਸਾਨ ਸਾਡੇ ਜਾਣੇ ਬੜੇ ਜ਼ਰੂਰੀ। ਬਿਲਕੁਲ, ਵੋਟਾਂ ਦੀ ਕੀ ਅਹਿਮੀਅਤ ਹੈ ਇਸ ਵਾਰ ਦੇ ਰਿਜ਼ਲਟਸ ਨੇ ਵਧੀਆ ਤਰੀਕੇ ਨਾਲ ਹਰ ਕਿਸੇ ਨੂੰ ਦੱਸ ਹੀ ਦਿੱਤਾ ਹੈਗਾ ਆ। ਤੇ ਬਹੁਤ ਬਹੁਤ ਸ਼ੁਕਰੀਆ ਮਿਸਟਰ ਡੱਲਾ, ਅੱਜ ਇੱਕ ਵਾਰ ਫਿਰ ਸਾਡੇ ਨਾਲ ਜੁੜਨ ਦੇ ਲਈ, ਬੜਾ ਚੰਗਾ ਲੱਗਿਆ ਗੱਲ ਕਰਕੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਖਬਰ ਪੜਤਾਲ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।